ਸਵਾਗਤ ਹੈ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਪੰਜਾਬੀ ਨੈਸ਼ਨਲ ਟੀਵੀ ਦੀ ਟੀਮ ਇਸ ਵੇਲੇ ਟਿਕਰੀ ਬਾਰਡਰ ਤੇ ਮੌਜੂਦ ਆ। ਸਾਡੇ ਨਾਲ ਜੁੜ ਚੁੱਕੇ ਆ ਰਜਿੰਦਰ ਸਿੰਘ ਦੀਪ ਸਿੰਘ ਵਾਲਾ। ਬਹੁਤ ਸ਼ੁਰੂ ਤੋਂ ਇਸ ਅੰਦੋਲਨ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਤੇ ਸਰਕਾਰ ਦੇ ਨਾਲ ਜਦੋਂ ਮੀਟਿੰਗਾਂ ਦਾ ਦੌਰ ਵੀ ਚੱਲਦਾ ਸੀ ਤੇ ਆਪਣਾ ਪੱਖ ਆਪਣੀ ਜਾਣਕਾਰੀ ਬੜੇ ਸਹੀ ਢੰਗ ਦੇ ਨਾਲ ਇਸ ਅੰਦੋਲਨ ਦੇ ਵਿੱਚ ਹਿੱਸਾ ਪਾ ਕੇ ਰੱਖਦੇ ਰਹੇ ਆ। ਦੀਪ ਸਿੰਘ ਵਾਲਾ ਜੀ ਨਿੱਘਾ ਸਵਾਗਤ ਹੈ ਜੀ। ਸ਼ੁਕਰੀਆ ਜੀ। ਦੀਪ ਸਿੰਘ ਵਾਲਾ ਜੀ 7.5 ਮਹੀਨੇ ਅੱਤ ਦੀ ਸਰਦੀ, ਅੱਤ ਦੀ ਗਰਮੀ, ਮੀਂਹ ਹਨੇਰੀ ਝੱਖੜ, ਇਸ ਵੇਲੇ ਕਿਸਾਨਾਂ ਦਾ ਜਿਹੜਾ ਜਜ਼ਬਾ ਆ ਉਹਨੂੰ ਕਿੱਦਾਂ ਦੇਖਦੇ? ਦੇਖੋ, ਜਦੋਂ ਤੁਸੀਂ ਇਹਨੂੰ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਮੰਨ ਚੁੱਕੇ ਹੋ ਤਾਂ ਫਿਰ ਮੀਂਹ ਹੋਵੇ, ਹਨੇਰੀ ਹੋਵੇ, ਝੱਖੜ ਹੋਵੇ, ਤੁਹਾਨੂੰ ਲੜਾਈ ਲੜਨੀ ਪੈਣੀ ਹੈ। ਕਿਸਾਨੀ ਆਪਣੀਆਂ ਕੋਈ ਜ਼ਮੀਨ ਦਾ ਝਗੜਾ ਹੋਵੇ ਤਾਂ ਉਹ ਪੀੜ੍ਹੀਆਂ ਦਰ ਪੀੜ੍ਹੀ ਅਦਾਲਤਾਂ 'ਚ ਕੇਸ ਲੜਦੀ ਹੈ। ਤੋ ਫਿਰ ਇਹ ਜੇ ਮੋਦੀ ਸਰਕਾਰ ਨਾਲ 2-4 ਸਾਲ ਲੜਨਾ ਪਊਗਾ ਤੇ ਲੋਕ ਲੜਨ ਵਾਸਤੇ ਤਿਆਰ ਹੈਗੇ ਆ ਤੇ ਕੋਈ ਵੀ ਸਥਿਤੀ ਹੋਵੇ ਲੋਕ ਪਿੱਛੇ ਹੁਣ ਨਹੀਂ ਹਟਣਗੇ। ਪੰਜਾਬ ਦੇ ਵਿੱਚ ਇਸ ਵੇਲੇ ਰੌਲਾ ਇਲੈਕਸ਼ਨਾਂ ਦਾ ਚੱਲ ਰਿਹਾ, ਤੁਹਾਨੂੰ ਪਤਾ 2 ਮਹੀਨੇ ਥੋੜ੍ਹੇ ਰਹਿ ਗਏ ਆ। ਗੁਰਨਾਮ ਸਿੰਘ ਝੁਨੇਨੀ ਵੱਲੋਂ ਵੀ ਬਿਆਨ ਆਉਂਦਾ ਵੀ ਕਿਸਾਨਾਂ ਨੂੰ ਇਲੈਕਸ਼ਨਾਂ ਵਿੱਚ ਹਿੱਸਾ ਲੈਣਾ ਚਾਹੀਦਾ, ਭਾਵੇਂ ਕੋਈ ਨਹੀਂ ਕਿ ਮੇਰਾ ਨਿੱਜੀ ਬਿਆਨ ਆ। ਕੋਈ ਲੱਗਦਾ ਕਿ ਇਦਾਂ ਦੀ ਕੋਈ ਗੱਲਬਾਤ ਹੋਣੀ ਚਾਹੀਦੀ? ਨਹੀਂ, ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਹੀ ਨਹੀਂ ਚਾਹੀਦਾ। ਗੁਰਨਾਮ ਸਿੰਘ ਚੜੂਨੀ ਹੋਰੀ ਸੰਯੁਕਤ ਕਿਸਾਨ ਮੋਰਚੇ 'ਚ ਕੀ ਕੰਮ ਕਰਨ ਆਏ? ਖੇਤੀ ਕਾਨੂੰਨ ਰੱਦ ਕਰਾਉਣ ਆਏ ਆ ਜਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਇਹ ਸਮਝਾਉਣ ਆਏ ਕਿ ਤੁਸੀਂ ਕੀ ਕੰਮ ਕਰਨਾ? ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਇੱਕ ਆ ਔਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਿਆ ਉਹਦਾ ਆਧਾਰ ਇਹੀ ਆ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣੇ ਆ ਤੇ ਜਿਹੜਾ MSP ਨੂੰ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾਉਣਾ ਤੇ ਜਿਹੜੀਆਂ ਹੋਰ ਮੰਗਾਂ ਨੇ ਉਹ ਮਨਵਾਉਣੀਆਂ ਨੇ। ਇਸ ਕਰਕੇ ਜਿੰਨਾ ਸਮਾਂ ਖੇਤੀ ਕਾਨੂੰਨ ਨਹੀਂ ਰੱਦ ਹੁੰਦੇਗੇ ਔਰ ਜਿੰਨਾ ਸਮਾਂ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਉਹਨਾਂ ਸਮਾਂ ਚੋਣਾਂ ਦੀ ਗੱਲ ਕਰਨੀ ਇਸ ਮੋਰਚੇ ਨੂੰ ਢਾਹ ਲਾਉਣ ਦੇ ਬਰਾਬਰ ਹੋਊਗੀ। ਕੀ ਲੱਗਦਾ ਕਿ ਇਹਦੇ ਪਿੱਛੇ ਵੀ ਕੋਈ ਏਜੰਸੀਆਂ ਕੰਮ ਕਰ ਰਹੀਆਂ ਵੀ ਲੋਕਾਂ ਦਾ, ਕਿਸਾਨਾਂ ਦਾ ਜਿਹੜਾ ਝੁਕਾਅ ਆ ਜਾਂ ਰੁਝਾਨ ਆ ਉਹ ਇਲੈਕਸ਼ਨਾਂ ਨੂੰ ਤੋੜ ਦਿੱਤਾ ਜਾਵੇ? ਆ ਜਿਹੜਾ 8-9 ਮਹੀਨੇ ਦੀ ਬਾਰਡਰਾਂ ਤੇ ਬੈਠੀ ਮਿਹਨਤ ਆ ਇਹ ਅਸਫਲ ਹੋ ਜਾਵੇ? ਦੇਖੋ, ਜਿਹੜੇ ਇਲੈਕਸ਼ਨ ਹੈਗੇ ਆ, ਇਲੈਕਸ਼ਨ ਲੋਕਾਂ ਦੇ ਗੁੱਸੇ ਨੂੰ ਖਾਰਜ ਕਰਨ ਦਾ ਕੰਮ ਤਾਂ ਕਰਦੇ ਹੀ ਆ। ਲੋਕਾਂ ਨੂੰ ਕਿਸੇ ਪਾਰਟੀ ਦੇ ਖਿਲਾਫ ਗੁੱਸਾ ਹੁੰਦਾ, ਉਹ ਚੋਣਾਂ 'ਚ ਗੁੱਸਾ ਨਿਕਲ ਜਾਂਦਾ, ਦੂਜੀ ਪਾਰਟੀ ਆ ਜਾਂਦੀ ਆ, ਫਿਰ ਉਹੀ ਕੰਮ ਕਰਦੀ ਰਹਿੰਦੀ ਆ। 70 ਸਾਲ ਤੋਂ ਇਸ ਮੁਲਕ ਦੇ ਵਿੱਚ ਜਿਹੜਾ ਹੈਗਾ ਇਹੀ ਹੋ ਰਿਹਾ ਹੈਗਾ, ਕਿਉਂਕਿ ਸਿਆਸੀ ਪਾਰਟੀਆਂ ਬਦਲ ਰਹੀਆਂ ਨੇ, ਕੋਈ ਸਿਆਸੀ ਤਬਦੀਲੀ ਨਹੀਂ ਆ ਰਹੀਗੀ। ਅੱਜ ਜਿਹੜੀਆਂ ਦੇਸ਼ ਦੀਆਂ ਮੁੱਖ ਜਿੰਨੀਆਂ ਵੀ ਪਾਰਲੀਮਾਨੀ ਪਾਰਟੀਆਂ ਨੇ ਇਹਨਾਂ 'ਚੋਂ ਕੋਈ ਨਹੀਂ ਕਹਿੰਦਾ ਕਿ ਅਸੀਂ ਜਿਹੜੀ ਨਿੱਜੀਕਰਨ ਦੀ ਨੀਤੀ ਆ ਉਹ ਬੰਦ ਕਰਾਂਗੇ। ਅੱਜ ਨਿੱਜੀਕਰਨ ਦੀ ਨੀਤੀ ਤਹਿਤ ਹੀ ਸਾਡੇ ਤੋਂ ਸਿਹਤ, ਸਿੱਖਿਆ, ਰੁਜ਼ਗਾਰ, ਬਿਜਲੀ, ਪਾਣੀ ਸਭ ਕੁਝ ਖੋਲਿਆ ਗਿਆ ਹੈਗਾ। ਨਿੱਜੀਕਰਨ ਦੀ ਨੀਤੀ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਇੱਕ ਮਤ ਨੇ। ਇਹਨਾਂ 'ਚ ਕੋਈ ਪਾਰਟੀ ਨਹੀਂ ਕਹਿੰਦੀ ਕਿ ਅਸੀਂ ਵਿਸ਼ਵ ਵਪਾਰ ਸੰਗਠਨ ਤੋਂ ਜਿਹੜੇ ਹੈਗੇ ਆ ਉਹ ਬਾਹਰ ਆਵਾਂਗੇ ਔਰ ਜਿਹੜੀਆਂ ਸਾਡੀਆਂ ਸਥਾਨਕ ਲੋੜਾਂ ਨੇ ਉਹਦੇ ਮੁਤਾਬਕ ਜਿਹੜਾ ਕੋਈ ਖੇਤੀ ਮਾਡਲ ਖੜਾ ਕਰਾਂਗੇ। ਵਿਸ਼ਵ ਵਪਾਰ ਸੰਸਥਾ ਦੀਆਂ ਸ਼ਰਤਾਂ ਮੰਨੀਆਂ ਜਾ ਰਹੀਆਂ ਨੇ। ਹਰੇ ਇਨਕਲਾਬ ਦਾ ਖੇਤੀ ਮਾਡਲ ਕਾਰਪੋਰੇਟ ਤੇ ਸਾਮਰਾਜੀ ਮੁਲਕਾਂ ਦੇ ਇਸ਼ਾਰਿਆਂ 'ਤੇ ਤੈਅ ਕੀਤਾ ਹੋਇਆ। ਇਸ ਦੇਸ਼ ਦੀ ਸਮੁੱਚੀ ਨੀਤੀ ਜਿਹੜੀ ਹੈਗੀ ਆ ਉਹ ਦੇਸ਼ ਦੇ ਲੋਕਾਂ ਨੂੰ ਧਿਆਨ 'ਚ ਨਹੀਂ ਮੁੱਖ ਰੱਖ ਕੇ ਬਣਾਈ ਜਾਂਦੀਗੀ ਔਰ ਇਹਦੇ 'ਚ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਜ਼ਿੰਮੇਵਾਰ ਨੇ। ਤੋ ਇਸ ਕਰਕੇ 70 ਸਾਲਾਂ ਤੋਂ ਇਹ ਕੁਛ ਹੁੰਦਾ ਆ ਰਿਹਾ ਹੈਗਾ ਔਰ ਜਦੋਂ ਵੀ ਚੋਣਾਂ ਆਉਂਦੀਆਂ ਨੇ ਲੋਕਾਂ ਦਾ ਗੁੱਸਾ ਜਿਹੜਾ ਉਹ 'ਚੋਂ ਖਾਰਜ ਹੁੰਦਾ ਤੋ ਇਹ ਗੁੱਸੇ ਨੂੰ ਕੱਢਣ ਵਾਸਤੇ ਚੋਣਾਂ ਜਿਹੜੀਆਂ ਨੇ ਉਹ ਕਰਵਾਉਂਦੇ ਨੇ। ਹੁਣ ਵੀ ਜਿਹੜਾ ਲੋਕਾਂ ਦਾ ਧਿਆਨ ਖੇਤੀ ਕਾਨੂੰਨ 'ਚ ਆ, ਅੱਜ ਜੇ ਚੋਣਾਂ ਹੁੰਦੀਆਂ ਨੇ ਕਿ ਮੰਨ ਲਓ ਪੰਜਾਬ ਦੇ ਕਿਸੇ ਪਿੰਡ 'ਚੋਂ 100 ਕਿਸਾਨ ਇੱਥੇ ਮੋਰਚੇ 'ਚ ਆਉਂਦਾ, ਅੱਜ ਚੋਣਾਂ ਦਾ ਮਾਹੌਲ ਬਣ ਜਾਏ 'ਚੋਂ 25 ਅਕਾਲੀ ਬਣ ਜਾਣਗੇ, 25 ਕਾਂਗਰਸ, 25 ਆਪ ਵਾਲੇ, 25 ਹੋਰ ਕੁਝ ਬਣ ਜਾਣਗੇ ਤੇ ਮੋਰਚੇ ਦਾ ਧਿਆਨ ਜਿਹੜਾ ਉਹ ਹਿੱਲ ਜੂਗਾ ਔਰ ਸਾਡੀ ਜਿਹੜੀ ਜ਼ਿੰਦਗੀ ਦੀ ਰੋਜੀ ਰੋਟੀ ਦੀ ਲੜਾਈ ਅਸੀਂ ਇਹ ਹਾਰ ਜਾਵਾਂਗੇ। ਇਸ ਕਰਕੇ ਚੋਣਾਂ ਦੀ ਗੱਲ ਇਹ ਖੇਤੀ ਕਾਨੂੰਨ ਰੱਦ ਕਰਾਉਣ ਤੋਂ ਪਹਿਲਾਂ ਕਰਨੀ ਜਿਹੜੀ ਹੈ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਹੈ। ਰਜਿੰਦਰ ਵੀਰ ਜੀ, ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਪੰਜਾਬ ਵਿੱਚ ਤਾਂ ਇਸ ਵੇਲੇ ਜਿਹੜੀ ਚੋਣਾਂ ਦੀ ਗੱਲ ਹੀ ਚੱਲ ਰਹੀ ਆ, ਪਰ ਫਿਰ ਲੱਗਦਾ ਆ ਵੀ ਜਿਸ ਤਰ੍ਹਾਂ BJP ਵੀ ਕਹਿ ਰਹੀ ਆ ਵੀ ਅਸੀਂ ਪੰਜਾਬ 'ਚ 117 ਦੀਆਂ 17 ਜਿੱਤਾਂਗੇ, UP ਵੀ ਮੂਹਰੇ ਖੜੀ, ਉੱਤਰਾਖੰਡ ਵੀ ਖੜਾ, ਤੁਹਾਨੂੰ ਕੀ ਲੱਗਦਾ ਕਿ ਪੱਛਮੀ ਬੰਗਾਲ ਦੇ ਵਿੱਚ ਜਦੋਂ ਸ਼ੁਰੂਆਤੀ ਦੌਰ ਵਿੱਚ ਅਸੀਂ ਤੁਹਾਡੀਆਂ ਤਸਵੀਰਾਂ ਦੇਖੀਆਂ ਸੀ ਜਦੋਂ ਜਾ ਕੇ ਤੁਸੀਂ ਉੱਥੇ ਪ੍ਰਚਾਰ ਕੀਤਾ ਵੀ BJP ਨੂੰ ਵੋਟ ਨਹੀਂ ਪਾਉਣੀ, ਭਾਵੇਂ ਹੋਰ ਕਿਸੇ ਨੂੰ ਵੀ ਪਾ ਦੇਵੇ, ਉਹਦਾ ਨਤੀਜਾ ਵੀ ਆਇਆ, ਪਰ ਉਹ ਨਤੀਜਾ BJP ਲਈ ਸੀਗਾ ਵੀ ਬੜਾ ਭਿਆਨਕ, ਪਰ ਟਸ ਤੋਂ ਮਸ BJP ਨਹੀਂ ਹੋਈ। ਕਿ ਹੁਣ ਜਿਹੜੀਆਂ ਆਉਣ ਵਾਲੀਆਂ 3 ਰਾਜਾਂ ਦੀਆਂ ਚੋਣਾਂ ਮੇਨ ਜਿੱਦਾਂ ਲਾ ਲਈਏ UP, ਉੱਤਰਾਖੰਡ ਤੇ ਪੰਜਾਬ ਦੇ ਹਾਲਾਤ ਆਪਾਂ ਨੂੰ ਦਿਸਦੇ ਆ, ਲੱਗਦਾ ਕਿ 2 ਜਿਹੜੀ ਸਟੇਟਾਂ ਆਪਣੇ ਗੁਆਂਢੀ ਸਟੇਟਾਂ ਆ ਇਹਨਾਂ ਵਿੱਚ ਇਸ ਕਿਸਾਨੀ ਅੰਦੋਲਨ ਦਾ ਅਸਰ ਹੋਊਗਾ? ਬੰਗਾਲ ਦੇ ਬਜਾਏ ਆਪਣੀ ਭਾਸ਼ਾ ਦਾ ਵੀ ਇਹਨਾਂ ਦੇ ਨਾਲ ਸਾਂਝ ਸੌਖੀ ਆ, ਉਹ ਦੂਰ ਸੀਗਾ, ਇਹ ਲਾਗੇ ਆ। ਇਹ ਜਿਹੜਾ ਖਿੱਤਾ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਇਹ BJP ਨੂੰ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਉਹ ਮੂੰਹ ਦੀ ਖਾਣ ਲਈ ਮਜਬੂਰ ਕਰੂਗਾ? ਅਸੀਂ UP ਤੇ ਉੱਤਰਾਖੰਡ ਦੇ ਵਿੱਚ ਜਿਹੜੀ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਵਾਸਤੇ ਜਿਹੜੀ ਕੋਸ਼ਿਸ਼ ਹੈਗੀ ਉਹ ਕਰ ਰਹੇ ਹੈਗੇ।
ਚੋਣਾਂ ਹਜੇ ਦੂਰ ਆ। ਜੇਕਰ ਬੀਜੇਪੀ ਨਹੀਂ ਮਸਲਾ ਹੱਲ ਕਰੂਗੀ ਤਾਂ ਉੱਥੇ ਵੀ ਇਹਨਾਂ ਨੂੰ ਹਰਾਉਣ ਦਾ ਜਿਹੜਾ ਸੱਦਾ ਹੈਗਾ ਉਹ ਦਿੱਤਾ ਜਾਊਗਾ। ਫਿਲਹਾਲ ਇਹ ਹੈਗਾ ਕਿ ਯੂਪੀ ਦੇ ਵਿੱਚ ਵੀ ਕਿਸਾਨ ਅੰਦੋਲਨ ਨੂੰ ਜਿਹੜਾ ਹੈਗਾ ਹੋਰ ਤੇਜ਼ ਕੀਤਾ ਜਾਵੇ, ਕਿਉਂਕਿ ਜਿਹੜੀ 26 ਜੂਨ ਨੂੰ ਪ੍ਰਦਰਸ਼ਨ ਹੋਇਆ ਚੰਡੀਗੜ੍ਹ, ਹੁਣ 25-30 ਹਜ਼ਾਰ ਤੋਂ ਉੱਪਰ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਇਕੱਠ ਸੀਗਾ, ਤੇ ਲਖਨਊ ਦੇ ਵਿੱਚ 250-300 ਦਾ ਇਕੱਠ ਸੀਗਾ। ਇਸ ਕਰਕੇ ਯੂਪੀ ਦੇ ਵਿੱਚ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਜਿਹੜੀ ਹੈਗੀ ਆ ਉਹ ਜ਼ਰੂਰਤ ਆ। ਤਾਂ ਉਸ ਪਾਸੇ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਜ਼ੋਰ ਹੈਗਾ ਉਹ ਲਾਊਗਾ। ਦੂਸਰੀ ਗੱਲ, ਜਿੱਥੋਂ ਤੱਕ ਇਹ ਵੀ ਸੂਬੇ ਦੀਆਂ ਚੋਣਾਂ ਹਾਰ ਕੇ ਮੰਨ ਨਹੀਂ ਰਹਿ ਗਏ, ਉਹਦਾ ਕਾਰਨ ਇਹ ਕਿ ਇੱਕ ਫਾਸਿਸਟ ਪਾਰਟੀ ਆ, ਔਰ ਫਾਸਿਜ਼ਮ ਜਿਹੜਾ ਹੁੰਦਾ ਕਿ ਡੰਡੇ ਦਾ ਰਾਜ ਹੁੰਦਾ, ਉਹ ਉਦੋਂ ਆਉਂਦਾ ਜਦੋਂ ਆਰਥਿਕ ਸੰਕਟ ਬਹੁਤ ਜਿਹੜਾ ਹੈਗਾ ਗਹਿਰਾ ਹੋ ਜੇ। ਅੱਜ ਸਰਕਾਰਾਂ ਕੋਲੇ ਲੋਕਾਂ ਨੂੰ ਦੇਣ ਲਈ ਕੁਛ ਨਹੀਂਗਾ, ਸਾਰਾ ਦੇਸ਼ ਦਾ ਧਨ ਦੌਲਤ ਜਿਹੜਾ ਕਾਰਪੋਰੇਟ ਆਪਣੇ ਹੱਥਾਂ ਦੇ ਵਿੱਚ ਜਿਹੜਾ ਹੈਗਾ ਉਹ ਇਕੱਠਾ ਕਰੀ ਬੈਠਾ ਹੈਗਾ। ਤਾਂ ਇਸ ਕਰਕੇ ਉਹ ਜਦੋਂ ਉਹਨਾਂ ਦਾ ਸਾਰੀ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਉਹ ਜਨਾਜ਼ਾ ਨਿਕਲ ਜਾਂਦਾ ਹੈਗਾ, ਵੀ ਉਹ ਲੱਗਦਾ ਕਿ ਹੁਣ ਲੋਕ ਤਾਂ ਲਗਾਤਾਰ ਲੋਕ ਸੜਕਾਂ ਤੇ ਆ ਰਹੇ ਆ, ਤਾਂ ਫਿਰ ਉਹ ਜਿਹੜੇ ਡੈਮੋਕ੍ਰੈਟਿਕ ਰਾਈਟ ਵੀ ਲੋਕਾਂ ਨੂੰ ਬੋਲਣ ਦੇ ਇਕੱਠੇ ਹੋਣ ਦੇ ਦਿੱਤੇ ਹੁੰਦੇ ਆ, ਉਹ ਵੀ ਖੋ ਕੇ ਇੱਕ ਫਾਸਿਸਟ ਤਰੀਕੇ ਨਾਲ ਆਪਣੇ ਉਹ ਰਾਜ ਦੀ ਉਮਰ ਜਿਹੜੀ ਲੰਬੀ ਕਰਨ ਦੀ ਉਹ ਕੋਸ਼ਿਸ਼ ਕਰਦੇ ਹੈਗੇ ਆ। ਤਾਂ ਇਸ ਕਰਕੇ ਜਿਹੜੀਆਂ ਫਾਸਿਸਟ ਸਰਕਾਰਾਂ ਹੁੰਦੀਆਂ ਨੇ, ਉਹ ਜਿਹੜੀਆਂ ਸੋ ਕਾਲਡ ਡੈਮੋਕ੍ਰੈਟਿਕ ਸਰਕਾਰਾਂ ਹੁੰਦੀਆਂ ਨੇ, ਉਹਨਾਂ ਤੋਂ ਵੱਧ ਖਤਰਨਾਕ ਹੁੰਦੀਆਂ ਤੇ ਛੇਤੀ ਗੱਲ ਨਹੀਂ ਮੰਨਦੀਆਂ। ਉਹਦੇ ਖਿਲਾਫ ਲੰਮੇ ਤੇ ਤਿੱਖੇ ਘੋਲ ਦੀ ਜ਼ਰੂਰਤ ਹੁੰਦੀ ਹੈ, ਔਰ ਫਾਸਿਸਟ ਸਰਕਾਰਾਂ ਨੂੰ ਜਿਹੜਾ ਹੈਗਾ ਉਹ ਗੋਡਿਆਂ ਥੱਲੇ ਕਰਕੇ ਹੀ ਜਿਹੜਾ ਹੈਗਾ ਪਿੱਛੇ ਧੱਕਿਆ ਜਾ ਸਕਦਾ ਹੁੰਦਾ। ਜਿੰਦਰ ਜੀ, ਇਸ ਕਰਕੇ ਮੋਦੀ ਸਰਕਾਰ ਨੂੰ ਹਜੇ ਜਿਹੜਾ ਹੋਰ ਝਟਕੇ ਦੇਣ ਦੀ ਜ਼ਰੂਰਤ ਆ, ਇਹਨੂੰ ਬੁਰੀ ਤਰ੍ਹਾਂ ਹੋਰ ਨਖੇੜਨ ਦੀ ਜ਼ਰੂਰਤ ਆ, ਔਰ ਹੋਰ ਮੂਵਮੈਂਟ ਨੂੰ ਤੇਜ਼ ਕਰਨ ਦੀ ਜ਼ਰੂਰਤ ਆ, ਤਾਂ ਹੀ ਇਹਨੂੰ ਪਿੱਛੇ ਧੱਕਿਆ ਜਾ ਸਕਦਾ। ਜਿੰਦਰ ਜੀ, ਬੀਜੇਪੀ ਤਾਂ ਚਲੋ ਜਿਹਨੀ ਕਾਨੂੰਨ ਲਿਆਂਦੇ ਉਹਨਾਂ ਦਾ ਤਾਂ ਵਿਰੋਧ ਸੁਭਾਵਕ ਹੈ, ਕਿਸਾਨ ਕਰ ਰਿਹਾ। ਪਹਿਲੀ ਵਾਰੀ ਸੰਯੁਕਤ ਮੋਰਚੇ ਨੇ ਵਿਰੋਧੀ ਧਿਰ ਦੀ ਚੂੜੀ ਟਾਈਟ ਕੀਤੀ ਆ, ਅੰਦਰ ਜਾ ਕੇ ਆਪਣਾ ਜੋ ਤੁਹਾਡੀਆਂ ਡਿਊਟੀਆਂ ਬਣਦੀਆਂ ਕਰੋ, ਜੇ ਨਹੀਂ ਕਰੋਗੇ ਤੇ ਬਾਹਰ ਆਇਆਂ ਨੂੰ ਤੁਹਾਨੂੰ ਅਸੀਂ ਉਦਾਂ ਹੀ ਟਰੀਟ ਕਰਾਂਗੇ ਜਿੱਦਾਂ ਬੀਜੇਪੀ ਨੂੰ ਕਰਦੇ ਆ। ਇਹ ਫੈਸਲੇ ਨੂੰ ਕਿੱਦਾਂ ਦੇਖੋ, ਇਹ ਮੈਂ ਅੱਗੇ ਵੀ ਜਿਹੜੀ ਗੱਲ ਕੀਤੀ ਕਿ ਪਾਲਿਸੀ ਵਾਲੇ ਮਾਮਲੇ ਤੇ ਸਾਰੀਆਂ ਸਿਆਸੀ ਪਾਰਟੀਆਂ ਇੱਕ ਨੇ। ਕਿਸੇ ਵੀ ਸਿਆਸੀ ਪਾਰਟੀ ਦਾ ਦੂਜੀ ਸਿਆਸੀ ਪਾਰਟੀ ਦੇ ਨਾਲੋਂ ਕੋਈ ਫਰਕ ਨਹੀਂ ਹੈ। ਨੀਤੀ ਵਾਲੇ ਮਾਮਲੇ ਤੇ ਸਾਰੇ ਇੱਕੋ ਨੇ। ਹੁਣ ਸਾਰੇ ਕਹਿੰਦੇ ਵੀ ਕਿਸਾਨ ਅੰਦੋਲਨ ਦੇ ਅਸੀਂ ਪੱਖ ਦੇ ਵਿੱਚ ਆ, ਤਾਂ ਇਸੇ ਕਰਕੇ ਕਹਿਣਾ ਜੇ ਕਿਸਾਨ ਅੰਦੋਲਨ ਦੇ ਪੱਖ 'ਚ ਆ ਤਾਂ ਉੱਥੇ ਵਾਕਆਊਟ ਕਰਕੇ ਬੀਜੇਪੀ ਦੀ ਹਮਾਇਤ ਨਾ ਕਰਿਓ, ਉੱਥੇ ਖੜੋ, ਕਿਸਾਨ ਖੇਤੀ ਕਾਨੂੰਨਾਂ ਤੇ ਬਹਿਸ ਕਰੋ ਔਰ ਰੱਦ ਕਰਾਉਣ ਦੇ ਲਈ ਜ਼ੋਰ ਲਾਓ। ਵੀ ਤੁਸੀਂ ਅੰਦਰ ਜ਼ੋਰ ਲਾਓ, ਬਾਹਰੋਂ ਅਸੀਂ ਅੰਦੋਲਨ ਤੇਜ਼ ਕਰਾਂਗੇ। ਆਪਾਂ ਦੇਖਦੇ ਹਾਂ ਕਿ ਜਿਵੇਂ ਗਾਜੀਪੁਰ ਬਾਰਡਰ ਤੇ ਇੱਕ ਖਾਸ ਭਾਈਚਾਰੇ ਨੂੰ ਕਿਸਾਨਾਂ ਦੇ ਲਾਗੇ ਲਿਆਣ ਕੇ ਉਹਨਾਂ 'ਚ ਟਕਰਾਅ ਪੈਦਾ ਕੀਤਾ, ਉੱਥੇ ਝਗੜਾ ਹੋਣ ਦੀ ਵਜ੍ਹਾ ਬਣਾਈ ਗਈ, ਤੇ ਉਸ ਤੋਂ ਬਾਅਦ ਬੀਜੇਪੀ ਦੇ ਝੰਡੇ ਲੈ ਕੇ ਉਹ ਲੋਕ ਆਉਂਦੇ ਆ, ਤੇ ਇੱਕ ਉਸ ਭਾਈਚਾਰੇ ਤੇ ਕਿਸਾਨਾਂ ਦੇ ਵਿੱਚ ਜਿਹੜਾ ਟਕਰਾਓ ਉਸ ਦਿਨ ਹੋ ਜਾਣਾ ਸੀਗਾ, ਤੇ ਉਹ ਟਕਰਾਓ ਬਹੁਤ ਵੱਡਾ ਰੂਪ ਵੀ ਲੈ ਸਕਦਾ ਸੀਗਾ। ਇਹ ਜਿਹੜੀਆਂ ਏਜੰਸੀਆਂ ਜਾਂ ਸਰਕਾਰਾਂ ਕੰਮ ਕਰਦੀਆਂ, ਇਹ ਕਿੱਦਾਂ ਤੁਸੀਂ ਦੇਖੋ, ਬੀਜੇਪੀ ਜਿਹੜੀ ਧਰਮ ਤੇ ਜਾਤ ਦੇ ਨਾਂ ਤੇ ਦੰਗੇ ਕਰਾ ਕੇ ਰਾਜ ਕਰਨ ਵਾਲੀ ਪਾਰਟੀ ਆ, ਅੱਜ ਉਹਨੂੰ ਇਹ ਬੜੀ ਮੁਸ਼ਕਲ ਆ ਕਿ ਲੋਕ ਧਰਮ ਤੇ ਜਾਤ ਤੋਂ ਉੱਪਰ ਉੱਠ ਕੇ ਜਿਹੜੀ ਆਪਣੀ ਜ਼ਿੰਦਗੀ ਦੇ ਬੁਨਿਆਦੀ ਮੁੱਦੇ ਆ ਉਹਦੇ ਤੇ ਲੜ ਰਹੇ ਆ, ਔਰ ਉਹਨਾਂ ਨੂੰ ਲੜਨ ਵਾਸਤੇ ਇਨਸਪਾਇਰ ਇਸ ਕਿਸਾਨ ਅੰਦੋਲਨ ਨੇ ਕੀਤਾ। ਇਸ ਕਰਕੇ ਇਸ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਸਤੇ ਲਗਾਤਾਰ ਆਪਣੀਆਂ ਜਿਹੜੀਆਂ ਫਿਰਕੂ ਕੋਸ਼ਿਸ਼ਾਂ ਨੇ ਉਹ ਕਰ ਰਹੇ ਹੈਗੇ। ਉਹ ਉਸੇ ਬੀਜੇਪੀ ਦੀ ਜਿਹੜੀ ਪਹੁੰਚ ਦੇ ਸਦਕਾ ਇਹ ਕੁਛ ਹੋਇਆ, ਪਰ ਉਹ ਜਿਹੜੇ ਕੰਮ ਵੀ ਸੀ ਉਹਨਾਂ ਦਾ ਲਗਾਤਾਰ ਬੇਪਰਦ ਹੋ ਰਿਹਾ। ਜਿਹੜੀ ਗਾਜੀਪੁਰ ਕੋਸ਼ਿਸ਼ ਕੀਤੀ ਆ, ਉਹ ਵੀ ਉਹਨਾਂ ਦੀ ਕੋਸ਼ਿਸ਼ ਅਸਫਲ ਹੀ ਰਹੀ ਆ। ਆਪਾਂ ਦੇਖਦੇ ਹਾਂ ਕਿ ਜਿਵੇਂ ਮਹਿੰਗਾਈ ਇਸ ਵੇਲੇ ਲੋਕਾਂ ਦਾ ਲੱਕ ਤੋੜ ਰਹੀ ਆ, ਡੀਜ਼ਲ ਪੈਟਰੋਲ ਤਾਂ ਜਦੋਂ ਵਧਿਆ ਵੈਦਾ ਸੀ, ਬਾਕੀ ਖਾਣ ਵਾਲੀਆਂ ਵਸਤਾਂ ਵੀ ਇਸ ਵੇਲੇ ਵੱਡੇ ਪੱਧਰ ਤੇ ਰੇਟ ਜਿਹੜੇ ਵੱਧ ਗਏ ਆ। ਲੋਕਾਂ ਨੂੰ ਆਪਣੇ ਐਮਐਲਏ ਐਮਪੀ ਤੇ ਉਹਨਾਂ ਭਰੋਸਾ ਵਿਸ਼ਵਾਸ ਨਹੀਂ ਰਿਹਾ ਜਿੰਨਾ ਇਸ ਵੇਲੇ ਕਿਸਾਨ ਮੋਰਚੇ ਦੇ ਲੀਡਰਾਂ ਤੇ ਲੋਕ ਵਿਸ਼ਵਾਸ ਕਰਦੇ, ਹਰ ਦੁੱਖ ਲਈ ਉਹਨਾਂ ਕੋਲ ਆਉਣ ਨੂੰ ਤਿਆਰ ਆ। ਕੀ ਹੁਣ ਖੇਤੀ ਕਾਨੂੰਨਾਂ ਦੇ ਨਾਲ ਨਾਲ ਜਿਹੜੀਆਂ ਸਮਾਜਿਕ ਜਿਹੜੀਆਂ ਹੋਰ ਸਰਕਾਰਾਂ ਦੀਆਂ ਵਧੀਕੀਆਂ, ਉਹਦੇ ਖਿਲਾਫ ਵੀ ਜਿਹੜੀ ਆ ਉਹ ਕਿਸਾਨੀ ਮੁੱਦਿਆਂ ਵਾਂਗੂ ਹੀ ਲੜਨਾ ਪਊਗਾ? ਦੇਖੋ, ਇਹ ਲੜਾਈ ਤਾਂ ਪਹਿਲਾਂ ਹੀ ਸਿਰਫ ਕਿਸਾਨਾਂ ਦੀ ਨਹੀਂ ਸੀਗੀ, ਕਿਉਂਕਿ ਜਿਹੜਾ ਜ਼ਰੂਰੀ ਵਸਤਾਂ ਸੋਧ ਕਾਨੂੰਨ 2020 ਲੈ ਕੇ ਆਈ, ਉਹਦੇ ਤਹਿਤ ਸਾਰੀ ਜਿਹੜੀ ਖੁਰਾਕ ਸੀ ਉੱਤੇ ਕਾਰਪੋਰੇਟਰ ਨੇ ਕਬਜ਼ਾ ਕਰ ਲੈਣਾ। ਸਰੋਂ ਦੇ ਤੇਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸਾਨਾਂ ਤੋਂ ਸਰੋਂ ਖਰੀਦੀ ਗਈ, ਜਦੋਂ ਉਹਨਾਂ ਦੇ ਕੋਲੇ ਚਲੀ ਗਈ ਤੇ ਸਰੋਂ ਦੇ ਜਿਹੜਾ ਤੇਲ ਦਾ 1 ਲੀਟਰ ਦੀ ਜਿਹੜੀ ਬੋਤਲ ਆ 200 ਰੁਪਏ ਦੇ ਕਰੀਬ ਹੋ ਗਈ ਆ। ਤਾਂ ਜਦੋਂ ਸਮੁੱਚੇ ਕਾਨੂੰਨ ਲਾਗੂ ਹੋਣਗੇ ਤੇ ਲੋਕਾਂ ਦੀ ਸਾਰੀ ਆਮਦਨ ਜਿਹੜੀ ਰੋਟੀ ਖਾਣ ਦੇ ਵਿੱਚ ਜਿਹੜੀ ਚਲੀ ਜਾਊਗੀ। ਤਾਂ ਇਹ ਲੜਾਈ ਹਰ ਉਸ ਬੰਦੇ ਦੀ ਸੀ ਜਿਹਨੇ ਰੋਟੀ ਖਾਣੀ ਆ। ਤਾਂ ਸ਼ੁਰੂ ਤੋਂ ਹੀ ਕਿਸਾਨ ਜਥੇਬੰਦੀਆਂ ਸਮੁੱਚੇ ਦੇਸ਼ ਦੀ ਲੜਾਈ ਜਿਹੜੀ ਲੜ ਰਹੀਆਂ ਨੇ। ਜਿੰਨੇ ਹੋਰ ਮੁੱਦੇ ਆਏ, ਜਿਵੇਂ ਮਹਿੰਗਾਈ ਦਾ, ਤੇਲ ਦੀਆਂ ਕੀਮਤਾਂ ਦਾ, ਗੈਸ ਦਾ, ਇਹਦੇ ਤੇ ਵੀ ਜਿਹੜਾ ਕਿਸਾਨ ਜਥੇਬੰਦੀਆਂ ਨੇ ਆਪਣਾ ਜਿਹੜਾ ਰੋਸ ਆ ਉਹ ਜ਼ਾਹਿਰ ਕੀਤਾ, ਦਰਜ ਕਰਵਾਇਆ। ਤਾਂ ਬੇਨਤੀ ਆ ਸਾਰੇ ਲੋਕਾਂ ਨੂੰ, ਜਿਹੜੀ ਸਮੁੱਚੀ ਦੇਸ਼ ਦੀ ਮਿਡਲ ਕਲਾਸ ਆ, ਮਜ਼ਦੂਰ ਜਮਾਤ ਆ, ਭਾਵੇਂ ਕੋਈ ਇਸ ਅੰਦੋਲਨ ਦੇ
ਪੱਖ 'ਚ ਖੜੀ ਆ, ਹਮਾਇਤ ਕਰ ਰਹੀ ਹੈਗੀ ਆ ਕਿ ਜਿਵੇਂ ਕਿਸਾਨ ਨਿਤਰੇ ਹੋਏ, ਸਮਾਜ ਦੇ ਦੂਜੇ ਤਬਕਿਆਂ ਨੂੰ ਵੀ ਇੱਦਾਂ ਵੱਡੀ ਗਿਣਤੀ 'ਚ ਬਾਹਰ ਨਿਤਰਨਾ ਪੈਣਾ, ਤਾਂ ਹੀ ਸਾਡੀ ਰੋਜੀ ਰੋਟੀ ਜਿਹੜੀ ਬਚ ਸਕਦੀ ਆ। ਅਦਰਵਾਈਜ਼ ਤਾਂ ਦੇਸ਼ ਦਾ ਜਿਹੜਾ ਕਣਕਾਂ ਆ ਉਹ ਕਾਰਪੋਰੇਟ ਨੂੰ ਦੇਣ ਵਾਲੇ ਪਾਸੇ ਮੋਦੀ ਸਰਕਾਰ ਲਗਾਤਾਰ ਵੱਧ ਰਹੀ ਆ। ਬਹੁਤ ਵੱਡੇ ਪੱਧਰ ਤੇ ਭਾਰਤ ਦੀ ਜਿਹੜੀ ਕੈਬਨਿਟ ਆ ਯੂਨੀਅਨ ਗਵਰਨਮੈਂਟ ਦੀ, ਉਹਦੇ ਵਿੱਚ ਵਾਧਾ ਵੀ ਹੋਇਆ, ਰੱਦੋ ਬਦਲ ਵੀ ਹੋਇਆ। ਤੇ ਤੁਹਾਨੂੰ ਕੀ ਲੱਗਦਾ ਆ ਕਿ ਸਰਕਾਰ ਤੇ ਇਸ ਜਿਹੜੀ ਇੰਨੇ 8 ਮਹੀਨੇ ਦੇ ਅੰਦੋਲਨ ਬੈਠਾ ਆ, ਉਹਦਾ ਕੋਈ ਅਸਰ ਦਿਸ ਰਿਹਾ ਇਹਨਾਂ ਗੱਲਾਂ ਤੇ ਜਾਂ ਨਹੀਂ? ਦੇਖੋ, ਅਸਰ ਤਾਂ ਬਹੁਤ ਸਾਰੇ ਨੇ। ਤੁਸੀਂ ਦੇਖੋ ਕਿ ਜਿਹੜਾ ਇੱਕ ਇਹਨਾਂ ਦਾ ਹਿੰਦੂਤਵ ਦਾ ਏਜੰਡਾ ਸੀ ਕਿ ਦੇਸ਼ ਦੇ ਵਿੱਚ ਧਰਮ ਦੇ ਆਧਾਰ ਤੇ ਲੋਕਾਂ 'ਚ ਪਾੜ ਪਾਉਣੀ, ਹਿੰਦੂ ਹਿੰਦੁਸਤਾਨ ਵੀ ਇੱਕ ਦੇਸ਼, ਇੱਕ ਧਰਮ, ਇੱਕ ਬੋਲੀ, ਇੱਕ ਖਿੱਤਾ, ਇੱਕ ਕਾਨੂੰਨ, ਇੱਕ ਟੈਕਸ, ਇੱਕ ਮੰਡੀ, ਇੱਕ ਨੇਤਾ, ਵੀ ਇੱਕ ਸਭ ਕੁਝ ਕਰਨ ਦੀ ਨੀਤੀ ਸੀਗੀ। ਉਹਨੂੰ ਇਸ ਅੰਦੋਲਨ ਨੇ ਠੱਲ ਪਾਈ ਆ। ਪੰਜਾਬ ਹਰਿਆਣਾ ਦਾ ਭਾਈਚਾਰਾ ਉਸਰਿਆ, ਯੂਪੀ ਨਾਲ ਆਇਆ। ਅੱਜ ਇਹਨਾਂ ਦਾ ਜਿਹੜਾ ਉਹ ਫਿਰਕੂ ਏਜੰਡਾ ਸੀਗਾ ਉਹਨੂੰ ਠੱਲ ਪਈ ਆ। ਇਸ ਦੇਸ਼ ਕਾਨੂੰਨ ਦੇ ਅੰਦੋਲਨ ਦੀ ਬਹੁਤ ਵੱਡੀ ਪ੍ਰਾਪਤੀ ਆ। ਦੂਸਰਾ ਕਿ ਇੱਕ ਜਿਹੜੀ ਡੈਮੋਕ੍ਰੈਟਿਕ ਸਪੇਸ ਨੂੰ ਰੀਕਲੇਮ ਕਰਨ ਦੀ ਜਿਹੜੀ ਹੈਗੀ ਆ ਇੱਕ ਕੋਸ਼ਿਸ਼ ਇਸ ਅੰਦੋਲਨ ਨੇ ਕੀਤੀ। ਨਹੀਂ ਤਾਂ ਲਗਾਤਾਰ ਹੀ ਜਿਹੜਾ ਇੱਕ ਲੋਕਾਂ ਦੇ UAPA ਲੋਕਾਂ ਨੂੰ ਚੱਕ ਕੇ ਜੇਲ੍ਹਾਂ 'ਚ ਸਿੱਟੀ ਜਾਣਾ, ਉਹ ਲੇਖਕ ਆ, ਬੁੱਧੀਜੀਵੀ ਆ, ਕੋਈ ਵੀ ਹੈਗਾ, ਤਾਂ ਲਗਾਤਾਰ ਇਹ ਮੋਦੀ ਸਰਕਾਰ ਨੇ ਜਿਹੜਾ ਇਹ ਕੁਛ ਕੀਤਾ ਹੈਗਾ। ਤਾਂ ਉਹ ਜਿਹੜਾ ਲੋਕਾਂ ਨੂੰ ਬੋਲਣ ਦਾ ਅਧਿਕਾਰ ਸੀ ਥੋੜ੍ਹਾ ਬਹੁਤ ਇਸ ਮੁਲਕ ਦੇ ਵਿੱਚ, ਉਹਨੂੰ ਵੀ ਵਾਪਸ ਲੈਣ ਦੇ ਵਿੱਚ ਕਿਤੇ ਨਾ ਕਿਤੇ ਅੰਦੋਲਨ ਜਿਹੜਾ ਹੈਗਾ ਇਹ ਸਫਲ ਹੋਇਆ। ਤੀਸਰਾ, ਇਸ ਅੰਦੋਲਨ ਨੇ ਕਾਰਪੋਰੇਟ ਦੀ ਅਲੱਗ-ਅਲੱਗ ਖੇਤਰਾਂ 'ਤੇ ਜਿਹੜੀ ਲੁੱਟ ਹੈਗੀ ਆ ਉਹਨੂੰ ਬੇਪਰਦ ਕੀਤਾ ਹੈਗਾ, ਜਿਹੜੀ ਇਸ ਅੰਦੋਲਨ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ। ਚੌਥਾ ਕਿ ਖੇਤੀ ਕਾਨੂੰਨ ਜਿਹੜੇ ਰੱਦ ਕਰਵਾਉਣੇ ਨੇ ਉਹਨਾਂ 'ਤੇ ਰੋਕ ਤਾਂ ਇਸ ਅੰਦੋਲਨ ਨੇ ਹੁਣ ਤੱਕ ਲਵਾ ਹੀ ਦਿੱਤੀ ਆ, ਕਾਨੂੰਨ ਤਾਂ ਸਸਪੈਂਡ ਹੋਏ ਵੀ ਨਹੀਂ। ਜਮਾਖੋਰੀ ਵਾਲੀ ਬਿੱਲ ਤੇ ਪਤਾ ਲੱਗ ਰਿਹਾ ਵੀ ਸੋਧ ਹੋਈ ਆ ਕੋਈ, ਕੀ ਉਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ? ਦੇਖੋ, ਪਹਿਲਾਂ ਇਹਨਾਂ ਨੇ ਲਿਮਟ ਖਤਮ ਕੀਤੀ ਸੀ, ਹੁਣ ਇਹਨਾਂ ਨੇ ਜਿਹੜੀ ਦਾਲਾਂ ਦੇ ਉੱਪਰ ਜਿਹੜੀ ਆ ਉਹ ਲਿਮਟ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈਗੀ ਆ। ਤਾਂ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਹੈਗੇ ਆ ਕਿ ਜੇ ਕਾਰਪੋਰੇਟ ਤੋਂ ਲਿਮਟ ਹਟਾਓਗੇ, ਸਾਰਾ ਉਹ ਦੇਸ਼ ਦਾ ਖਾਦ ਪਦਾਰਥ ਕੰਟਰੋਲ ਕਰਕੇ ਲੋਕਾਂ ਨੂੰ ਮਹਿੰਗਾਈ ਜਿਹੜੀ ਹੈਗੀ ਆ ਇੰਨੀ ਵਧਾ ਦੇਣਗੇ, ਲੋਕਾਂ ਨੂੰ ਮਾਰ ਦੇਣਗੇ। ਲੋਕਾਂ ਦੀ ਆਮਦਨ ਦਾ ਵੱਡਾ ਹਿੱਸਾ ਰੋਟੀ ਖਾਣ ਚਲਾ ਜਾਣਾ। ਉਹ ਨਵਾਂ ਘਰ ਬਣਾਉਣ ਬਾਰੇ, ਨਵੀਂ ਗੱਡੀ ਲੈਣ ਬਾਰੇ, ਜ਼ਿੰਦਗੀ ਦੀਆਂ ਹੋਰ ਸਹੂਲਤਾਂ ਬਾਰੇ ਨਹੀਂ ਸੋਚ। ਅੰਦੋਲਨ ਦਾ ਅਸਰ ਹੋਇਆ ਕਿ ਜਾਂ ਇਹ ਮੈਂ ਉਹ ਗੱਲ ਕਰ ਰਿਹਾ, ਪੂਰੀ ਕਰਨ ਦੀ ਗੱਲ ਮੈਨੂੰ ਵੀ ਉਹ ਸਾਰਾ ਕੁਝ ਨਾ ਕਿ ਜਿਹੜਾ ਕਿ ਇਹ ਲਿਮਟ ਪਹਿਲਾਂ ਹਟਾਉਣ ਦੀ ਗੱਲ ਕਰਦੇ ਸੀਗੇ, ਜਦੋਂ ਵੀ ਅਸੀਂ ਕਹਿ ਰਹੇ ਵੀ ਜਦੋਂ ਸਾਰਾ ਕੁਝ ਉਹਨਾਂ ਦੇ ਕੰਟਰੋਲ 'ਚ ਹੋਏਗਾ ਤਾਂ ਉਹ ਅੱਤ ਦੀ ਮਹਿੰਗਾਈ ਵਧਾਉਣਗੇ। ਫਿਰ ਤੁਸੀਂ ਤੁਹਾਡਾ ਰੋਟੀ ਖਾਣ 'ਤੇ ਪੈਸੇ ਲੱਗਣਗੇ। ਫਿਰ ਇਹ ਨਹੀਂ ਹੋਊਗਾ ਕਿ ਤੁਸੀਂ ਵੀ ਕੋਈ ਗੱਡੀ ਲੈਣ ਬਾਰੇ, ਘਰ ਲੈਣ ਬਾਰੇ ਸੋਚੋਗੇ ਜਾਂ ਜ਼ਿੰਦਗੀ ਦੀਆਂ ਹੋਰ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ਬਾਰੇ ਸੋਚੋਗੇ। ਤੁਹਾਡੀ ਸਾਰੀ ਆਮਦਨ ਤਾਂ ਰੋਟੀ 'ਚ ਜਾਊਗੀ। ਔਰ ਉਹਦਾ ਇੱਕ ਝਲਕ ਜਿਹੜੀ ਉਹ ਦਿਖੀ ਇਹਨਾਂ ਨੂੰ। ਹੁਣ ਇਹਨਾਂ ਨੇ ਜਿਹੜੀ ਅਸੀਂ ਗੱਲ ਕਹਿੰਦੇ ਸੀ ਕੰਟਰੋਲ ਮੁਕਤ ਨਹੀਂ ਹੋਣਾ ਚਾਹੀਦਾ, ਹੁਣ ਇਹਨਾਂ ਨੇ ਕੰਟਰੋਲ ਕਰਕੇ ਇਹ ਮੰਨ ਲਿਆ ਨਾ ਕਿ ਵੀ ਕਿਸਾਨ ਜਥੇਬੰਦੀਆਂ ਸਹੀ ਕਹਿੰਦੀਆਂ ਸੀ ਕੰਟਰੋਲ ਮੁਕਤ ਨਹੀਂ ਹੋਣਾ ਚਾਹੀਦਾ। ਇਸੇ ਲਈ ਅਸੀਂ ਕਹਿੰਦੇ ਕਿ ਜਿਹੜੀ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਸੋਧ ਲੈ ਕੇ ਆਏ ਆ, ਉਹ ਸੋਧ ਨੂੰ ਰੱਦ ਕਰਨਾ ਚਾਹੀਦਾ, ਜਿਹਨੂੰ ਆਪਾਂ ਕਾਨੂੰਨ ਵੀ ਕਹਿ ਦਿੰਦੇ, ਕਿ ਉਸ ਕਾਨੂੰਨ ਨੂੰ ਰੱਦ ਕਰਨਾ ਚਾਹੀਦਾ। ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਪਹਿਲਾਂ ਵਾਲਾ ਉਹ ਰਹਿਣਾ ਚਾਹੀਦਾ ਹੈਗਾ। ਉਹ ਸਾਡੀ ਗੱਲ ਤੇ ਮੋਹਰ ਲੱਗੀ ਹੈ। ਤਿੰਨਾਂ ਚੋਂ 2.5 ਰਹਿ ਗਿਆ ਹੁਣ, ਨਹੀਂ 3 ਕਾਨੂੰਨ ਰੱਦ ਸੀਗੇ ਆ, ਅੱਧੀ ਸੋਧ ਹੋ ਗਈ। ਨਹੀਂ, ਉਹ ਰੋਕ ਜਿਹੜੀ ਆ ਉਹ ਟੈਂਪਰੇਰੀ ਹੈਗੀ ਆ। ਜਿੰਨਾ ਚਿਰ ਜਿਹੜਾ ਉਹ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਇਹਨਾਂ ਨੇ ਸੋਧ ਕੀਤੀ ਆ ਉਹਨੂੰ ਰੱਦ ਨਹੀਂ ਕਰ ਦਿੰਦੇਗੇ, ਜਿਹਨੂੰ ਆਮ ਭਾਸ਼ਾ 'ਚ ਲੋਕ ਤੀਜਾ ਕਾਨੂੰਨ ਕਹਿ ਰਹੇ ਹੈਗੇ ਆ, ਉਹ ਕਾਨੂੰਨ ਦੀ ਸੋਧ ਉਹਨੂੰ ਰੱਦ ਨਹੀਂ ਕਰ ਦਿੰਦੇਗੇ। ਹਾਂ, ਉਹਨਾਂ ਸਮਾਂ ਇਹਨੂੰ ਜਿਹੜੀ ਹੈਗੀ ਆ ਉਹ ਨਹੀਂ ਮੰਨਿਆ ਜਾ ਸਕਦਾ ਵੀ 2.5 ਰਹਿ ਗਏ। ਰਜਿੰਦਰ ਜੀ, ਹੁਣ ਆਪਾਂ ਦੇਖੀਏ ਕਿ ਲੰਬਾ ਹੋ ਰਿਹਾ ਅੰਦੋਲਨ, 6 ਮਹੀਨੇ ਦਾ ਤਾਂ ਕਹਿ ਕੇ ਤੁਸੀਂ ਲਿਆਏ ਸੀਗੇ ਕਿਸਾਨ ਭਰਾਵਾਂ ਨੂੰ, ਉਹ ਬੈਠੇ ਰਹੇ ਬੜੇ ਸਬਰ ਨਾਲ। ਲੱਗ ਰਿਹਾ ਕਿ ਹੁਣ ਫਿਰ ਵੀ ਲੰਬਾ ਵੀ ਕੀ ਮੂਹਰੇ ਜਿਹੜੀਆਂ ਸਟੇਟਾਂ ਦੀਆਂ ਇਲੈਕਸ਼ਨਾਂ ਆ ਰਹੀਆਂ ਉਦੋਂ ਪਹਿਲਾਂ ਕੋਈ ਹੱਲ ਹੋਣ ਦੇ ਅਸਾਰ ਹੈ ਕਿ ਜਾਂ ਲੱਗ ਰਿਹਾ ਕਿ ਹਜੇ ਵੀ ਇਹ 6 ਮਹੀਨੇ ਆਪਾਂ ਨੂੰ ਅੱਗੇ ਹੋਰ ਜਾਣਾ ਪੈਂਦਾ? ਦੇਖੋ, ਕੱਲੀਆਂ ਚੋਣਾਂ ਦੇ ਨਾਲ ਨਹੀਂ ਇਹ ਮਸਲਾ ਤਾਂ ਅੰਦੋਲਨ ਦੇ ਤੇਜ਼ ਹੋਣ ਦੇ ਨਾਲ ਹੱਲ ਹੋਣਾ। ਜੇ ਕੱਲਾ ਤੁਸੀਂ ਕਹੀਏ ਵੀ ਚੋਣਾਂ ਦੇ ਨਾਲ ਵੀ ਫਿਰ ਤਾਂ ਜਿਹੜਾ ਹੈਗਾ ਅੰਦੋਲਨ ਦੀ ਜ਼ਰੂਰਤ ਹੀ ਨਹੀਂ ਹੈਗੀ। ਇਹ ਮਸਲਾ ਅੰਦੋਲਨ ਦੇ ਨਾਲ ਜਿਹੜਾ ਹੱਲ ਹੋਣਾ। ਜਦੋਂ ਇਹ ਬੰਗਾਲ 'ਚ ਹਜੇ ਨਹੀਂ ਹਾਰੇ ਸੀ, ਮਤਲਬ ਯੂਪੀ 'ਚ ਪੰਚਾਇਤੀ ਚੋਣਾਂ ਨਹੀਂ ਹਾਰੇ ਸੀ, ਹਰਿਆਣੇ 'ਚ ਇਹਨਾਂ ਦੀ ਸਰਕਾਰ ਆ, ਰੋਕਾਂ ਲਾਈਆਂ, ਕਿਵੇਂ ਅਸੀਂ ਦਿੱਲੀ ਪਹੁੰਚੇ ਆ, ਉਹ ਸਾਰੀ ਦੁਨੀਆ ਨੇ ਦੇਖਿਆ। ਤੋਂ ਨਿਰਣਾਇਕ ਜਿਹੜਾ ਹੈਗਾ ਫੈਸਲਾ ਉਹ ਸੜਕਾਂ 'ਤੇ ਲੋਕਾਂ ਦੀ ਕਿੰਨਾ ਲੋਕ ਨਿੱਤਰਦੇ ਆ, ਕਿੰਨਾ ਡਟਦੇ ਆ, ਇਹਦੇ ਤੋਂ ਜਿਹੜਾ ਹੈਗਾ ਉਹ ਹੋਣਾ। ਚੋਣਾਂ ਜਿਹੜੀ ਸੈਕੰਡਰੀ ਨੰਬਰ 'ਤੇ ਹੈਗੇ ਆ ਤੇ ਉਹ ਤਾਂ ਅਸੀਂ ਹਰ ਥਾਂ 'ਤੇ BJP ਨੂੰ ਹਰਾਉਣ ਦਾ ਸੱਦਾ ਦਿੱਤਾ ਹੀ ਹੋਇਆ। ਅਗਲਾ ਜਿਹੜਾ ਹੁਣ ਸੰਸਦ ਮਾਰ ਤੋਂ ਬਿਨਾਂ ਹੋਰ ਕੀ ਸੰਯੁਕਤ ਮੋਰਚਾ ਕੋਈ ਐਲਾਨ ਕਰ ਰਿਹਾ ਅੰਦੋਲਨ ਨੂੰ ਲੈ ਕੇ ਤੇਜ਼ ਕਰਨ ਲਈ? ਨਹੀਂ, ਫਿਲਹਾਲ ਤਾਂ ਜਿਹੜਾ ਪਾਰਲੀਮੈਂਟ ਵੱਲ ਮਾਰਚ ਕਰਨ ਦਾ, ਜੱਥੇ ਤੋਰਨ ਦਾ ਹੈਗਾ, 14 ਤਰੀਕ ਨੂੰ ਉੱਥੇ ਮੀਟਿੰਗ ਆ, ਉਹਦੀ ਕੰਕਰੀਟ ਪਲਾਨਿੰਗ ਜਿਹੜੀ ਹੈਗੀ ਆ ਉਹ ਕੀਤੀ ਜਾਊਗੀ।
ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਅੰਦੋਲਨ ਇਸ ਵੇਲੇ ਤੇਜ਼ ਕਰਨ ਦੀ ਜ਼ਰੂਰਤ ਆ। ਸੰਯੁਕਤ ਮੋਰਚਾ 14 ਤਰੀਕ ਨੂੰ ਜਿਹੜਾ ਸੰਸਦ ਸਾਹਮਣੇ ਵਿਰੋਧ ਕਰਨਾ 200 ਕਿਸਾਨਾਂ ਵੱਲੋਂ, ਹਰ ਜਥੇਬੰਦੀ ਦੇ 5-5 4-4 ਜਿਹੜੇ ਆ ਉਹ ਕਿਸਾਨ ਇਸ 'ਚ ਹਿੱਸਾ ਲੈਣਗੇ। ਹੁਣ ਦੇਖਣਾ ਬਣਦਾ ਹੈ ਕਿ ਦਿੱਲੀ ਪੁਲਿਸ ਜਾਂ ਦਿੱਲੀ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਸੰਸਦ ਤੱਕ ਪਹੁੰਚਣ ਦਿੰਦੀ ਆ ਕਿ ਜਾਂ ਪਹਿਲਾਂ ਵਾਂਗੂ ਹੀ ਕੋਈ ਸਖਤੀ ਵਰਤੀ ਆ। ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਮੈਨੂੰ ਗੁਰਨਾਮ ਸਿੰਘ ਬਿਲਗਾ ਨੂੰ ਦਿਓ ਇਜਾਜ਼ਤ। ਧੰਨਵਾਦ।